ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੇ ਪਾਵੇ ਮੋਖ ਦਵਾਰ, ਮੰਨੇ ਪਰਵਾਰ ਸਾਧਾਰ। ਮੰਨੇ ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੇ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਗੁਰੂ ਪਿਆਰਿਓ, ਚੱਲ ਰਹੀ ਜਿਹੜੀ ਜਪਜੀ ਸਾਹਿਬ ਦੀ ਕਥਾ 15ਵੀਂ ਪੌੜੀ ਦੀ ਪਹਿਲੀ ਤੁਕ ਕਿ ਮੰਨੇ ਪਾਵੇ ਮੋਖ ਦਵਾਰ। ਇਹ ਜਿਹੜਾ ਮੁਕਤੀ ਦਾ ਸੰਕਲਪ ਹੈ, ਇਹ ਸਾਰਿਆਂ ਧਰਮਾਂ ਦੇ ਅੰਦਰ ਵਾ ਤੇ ਸਾਰਿਆਂ ਧਰਮ ਗ੍ਰੰਥਾਂ 'ਚ ਇਹ ਮੁਕਤੀ ਦਾ ਜ਼ਿਕਰ ਕੀਤਾ ਹੈ। ਕਿਸੇ ਨੇ ਮਰਨ ਤੋਂ ਬਾਅਦਾਂ ਆਖਿਆ ਵੀ ਤੁਸੀਂ ਜੰਨਤ ਜਾਓਗੇ, ਵੈਕੁੰਠ ਧਾਮ ਨੂੰ ਜਾਓਗੇ। ਸ਼ਰੀਅਤ ਇਹ ਕਹਿੰਦੀ ਆ ਕਿ ਜਿਹੜਾ ਰੱਬ ਦਾ ਭੇਜਿਆ ਹੋਇਆ ਰਸੂਲ ਵਾ, ਅਸੀਂ ਕਹਿੰਦੇ ਦਾਸ, ਅਰਬੀ ਵਿੱਚ ਉਸ ਨੂੰ ਬੋਲਿਆ ਜਾਂਦਾ ਰਸੂਲ, ਪੈਗੰਬਰ, ਸੇਵਕ। ਜਿਹੜਾ ਰੱਬ ਦਾ ਭੇਜਿਆ ਹੋਇਆ ਸੇਵਕ ਹੈ, ਜਿਹੜਾ ਉਹਦੇ ਬਚਨਾਂ ਮੁਤਾਬਕ ਚੱਲੂਗਾ ਤੇ ਮਰਨ ਤੋਂ ਬਾਅਦਾਂ ਉਹਨੂੰ ਜੰਨਤ ਮਿਲੇਗੀ ਤੇ ਜੰਨਤ ਦੀਆਂ ਹੂਰਾਂ ਮਿਲਣਗੀਆਂ ਤੇ ਅੰਗੂਰੀ ਸ਼ਰਾਬ ਮਿਲੂਗੀ। ਜਿਹੜਾ ਰੱਬ ਦੇ ਭੇਜੇ ਰਸੂਲ ਨੂੰ ਮੰਨੂਗਾ, ਜੋ ਸ਼ਰ੍ਹਾ ਦੇ ਵਿੱਚ ਲਿਖਿਆ, ਜੋ ਉਹ ਦੱਸਦੇ ਨੇ ਲੋਕਾਂ ਨੂੰ। ਮੈਂ ਇੱਕ ਦਿਨ ਸੁਣ ਰਿਹਾ ਸੀ ਕਿਸੇ ਮੌਲਵੀ ਨੂੰ, ਤੇ ਕਿਸੇ ਨੇ ਸਵਾਲ ਕੀਤਾ ਵੀ ਜਿਹੜੀਆਂ ਜੰਨਤ ਵਿੱਚ ਹੂਰਾਂ ਮਿਲਦੀਆਂ ਵਾ, ਤੇ ਉਹ ਕਿਸ ਤਰ੍ਹਾਂ ਬੰਦਾ ਪਸੰਦ ਕਰਦਾ ਕਿ ਮੈਨੂੰ ਆਹ ਹੂਰ ਪਸੰਦ ਵਾ। ਜਿਸ ਤਰ੍ਹਾਂ ਇੱਥੇ ਸਾਡੀ ਸ਼ਾਦੀ ਹੁੰਦੀ, ਵਿਆਹ ਹੁੰਦਾ, ਤੇ ਅਸੀਂ ਕੁੜੀ ਮੁੰਡਾ ਪਸੰਦ ਕਰਦੇ ਤੇ ਫਿਰ ਮਿਲਣ ਹੁੰਦਾ ਹੈ, ਸ਼ਾਦੀ ਹੁੰਦੀ। ਤੇ ਜਿਹੜੀ ਜੰਨਤ ਦੀ ਹੂਰਾਂ ਨੇ, ਉਹ ਬੰਦਾ ਕਿਸ ਤਰ੍ਹਾਂ ਪਸੰਦ ਕਰੂਗਾ, ਇਹ ਸਵਾਲ ਕੀਤਾ ਹੈ। ਹਾਲਾਂਕਿ ਗੁਰਮਤਿ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਆਪਾਂ ਅੱਗੇ ਚੱਲ ਕੇ ਉਸ ਦਾ ਜ਼ਿਕਰ ਕਰਾਂਗੇ ਕਿ ਮੰਨੇ ਪਾਵੇ ਮੋਖ ਦਵਾਰ। ਉਹਨੇ ਕਿਹਾ ਵੀ ਉਹ ਕਿਸ ਤਰ੍ਹਾਂ ਬੰਦਾ ਪਸੰਦ ਕਰਦਾ ਹੂਰ ਨੂੰ, ਜੰਨਤ ਦੀਆਂ ਹੂਰਾਂ ਮਿਲਦੀਆਂ ਨੇ। ਕਹਿਣ ਲੱਗਾ ਵੀ ਜਿਹੜੀ ਤੁਹਾਨੂੰ ਪਹਿਲਾਂ ਹੀ ਹੂਰ ਦਿਖਾਉਣੀ ਆ, ਉਹ ਤੁਹਾਨੂੰ ਪਸੰਦ ਆ ਜਾਣੀ ਹੈ। ਉੱਦਾਂ ਦੀ ਹੂਰ ਜਿਹੜੀ ਆ, ਉਹ ਧਰਤੀ ਉੱਤੇ ਹੈ ਹੀ ਨਹੀਂ, ਇੰਨੀ ਸੁੰਦਰ ਆ, ਅਤੇ ਤੁਹਾਨੂੰ ਉੱਥੇ ਜਿਹੜੀਆਂ ਨੇ ਹੂਰਾਂ ਨੇ, ਉਹ ਇੰਨੀਆਂ ਸੁੰਦਰ ਨੇ, ਤੁਹਾਨੂੰ ਜਿਹੜੀ ਪਹਿਲੀ ਦਿਖਾਉਣੀ ਉਹ ਤੁਹਾਨੂੰ ਪਸੰਦ ਆ ਜਾਣੀ। ਇਹ ਆ ਧਰਮ ਦੀ ਵਿਆਖਿਆ ਲੋਕਾਂ ਨੇ, ਧਰਮੀ ਲੋਕੀ ਵਿਆਖਿਆ ਪਏ ਕਰਦੇ ਨੇ ਇਸ ਤਰ੍ਹਾਂ ਧਰਮ ਦੀ। ਕੋਈ ਕਹਿੰਦਾ ਵੀ ਜਿਹੜਾ ਸਾਡਾ ਪੈਗੰਬਰ ਆ ਉਹ ਖੁਦਾ ਦਾ ਇਕਲੌਤਾ ਬੇਟਾ ਹੈ, ਜਿਹੜਾ ਉਹਨੂੰ ਮੰਨੇਗਾ ਉਹਦੇ ਬੇਟੇ ਨੂੰ ਮੰਨੇਗਾ। ਤੇ ਜਦੋਂ ਉਹਨੂੰ ਕਬਰਾਂ 'ਚ ਰੱਖ ਦਿੱਤਾ ਜਾਏਗਾ, ਇੱਕ ਕਿਆਮਤ ਦਾ ਦਿਨ ਆਏਗਾ, ਉਦੋਂ ਭਪੀਰੀ ਵਜਾਈ ਜਾਏਗੀ, ਇੱਕ ਸ਼ਹਿਨਾਈ ਵਜਾਈ ਜਾਏਗੀ, ਅਤੇ ਮੁਰਦੇ ਸਾਰੇ ਹੀ ਉੱਠ ਜਾਣਗੇ ਕਬਰਾਂ 'ਚੋਂ।
ਇਸ ਕਰਕੇ ਉਹ ਮੁਰਦੇ ਨੂੰ ਸਾੜਦੇ ਨਹੀਂ, ਉਹ ਰੱਖ ਦਿੰਦੇ ਨੇ। ਕਹਿੰਦੇ ਉੱਠਣਾ ਵਾ ਇਹਨਾਂ ਨੇ, ਇਹਨਾਂ ਨੂੰ ਮੁਕਤੀ ਮਿਲਣੀ ਆ। ਜਦੋਂ ਧਰਮ ਦੀ ਵਾਗ ਡੋਰ ਬੇਸਮਝ ਲੋਕਾਂ ਦੇ ਹੱਥ ਵਿੱਚ ਆ ਜੇ, ਫਿਰ ਇਸ ਤਰ੍ਹਾਂ ਉਹ ਧਰਮ ਦੀ ਵਿਆਖਿਆ ਕਰਦੇ ਨੇ। ਮੈਂ ਕੱਲ ਪਰਸੋਂ ਵੀ ਕਿਹਾ ਸੀ, ਏਡਾ ਵੱਡਾ ਗਿਆਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ, ਉਸ ਗਿਆਨ ਨੂੰ ਛੱਡ ਕੇ ਸਾਡੀ ਕੌਮ ਦੇ ਕੁਝ ਲੋਕ ਆਪਣੇ ਕੋਲੋਂ ਹੀ ਚੁਟਕਲੇ ਤੇ ਕਹਾਣੀਆਂ ਘੜ ਘੜ ਕੇ ਕਵੀਸ਼ਰ ਲੋਕ ਸਟੇਜਾਂ 'ਤੇ ਸੁਣਾਉਂਦੇ ਨੇ, ਅਤੇ ਡੇਢ ਘੰਟੇ ਵਿੱਚ ਕੋਈ 1.5 ਘੰਟਾ ਲਾਉਂਦੇ ਨੇ, ਇੱਕ ਤੁਕ ਵੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਦੱਸਦੇ ਲੋਕਾਂ ਨੂੰ, ਕੋਲੋਂ ਹੀ ਟੁੱਟ ਕੇ, ਕੋਲੋਂ ਹੀ ਚੁਟਕੇ ਕਹਾਣੀਆਂ, ਔਰ ਝੂਠ ਕਹਾਣੀਆਂ। ਵੱਡੀ ਗੱਲ ਇਹ ਹੈ ਕਿ ਝੂਠ ਕਹਾਣੀਆਂ। ਜੂਨ 84 ਸਾਡੇ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ। ਇਹਦੇ ਉੱਤੇ ਇੰਨਾ ਝੂਠ ਲਿਖਿਆ ਗਿਆ, ਇੰਨਾ ਝੂਠ ਬੋਲਿਆ ਗਿਆ, ਰਹਿ ਰੱਬ ਦਾ ਨਾਂ। ਆਉਣ ਵਾਲੀਆਂ ਨਸਲਾਂ ਕੀ ਸੇਧ ਲੈਣਗੀਆਂ ਇਸ ਝੂਠ ਦੇ ਤੋਂ? ਇੰਨਾ ਝੂਠ ਲਿਖਿਆ ਗਿਆ, ਇੰਨਾ ਝੂਠ ਬੋਲਿਆ ਗਿਆ। ਉੱਥੇ ਟੈਂਕ ਡਾ ਦਿੱਤੇ ਗਏ। ਦੱਸੋ ਟੈਂਕ ਵੀ ਕਦੀ ਉੱਡਦੇ ਹੁੰਦੇ ਆ? ਹਾਂਜੀ, ਉੱਥੇ 15,000 ਫੌਜ ਮਾਰ ਦਿੱਤੀ ਗਈ, ਜਦੋਂ ਫੌਜ ਵੀ ਮਰਦੀ ਹੁੰਦੀ ਕਦੀ। ਇਹ ਕਿਉਂ ਝੂਠ ਬੋਲਿਆ ਗਿਆ? ਫੌਜ ਮਾਰ ਦਿੱਤੀ ਗਈ। ਸਰਕਾਰੀ ਜਿਹੜੇ ਬੰਦੇ ਉਹਨਾਂ 'ਤੇ ਕਹਿਣਾ ਸੀ ਤਾਂ ਕਿ ਸਰਕਾਰ ਨੇ 850 ਬੰਦੇ ਮਾਰੇ ਉੱਥੇ ਫੌਜ ਨੇ, ਸਰਾਵਾਂ ਦੇ ਅੰਦਰ। ਕੋਈ 100 ਬੰਦਾ ਪ੍ਰਕਰਮਾਂ ਦੇ ਅੰਦਰ, ਬਾਕੀ 700 ਬੰਦਾ ਸਰਾਂ ਦੇ ਅੰਦਰ ਮਾਰਿਆ ਗਿਆ। ਹੁਣ ਉਹ ਝੂਠ ਨੂੰ ਛੁਪਾਉਣ ਵਾਸਤੇ ਕੁਲਦੀਪ ਬਰਾੜ ਨੇ ਕਿਤਾਬ ਲਿਖ ਦਿੱਤੀ ਆ ਕਿ ਸਾਡਾ 15,000 ਫੌਜੀ ਮਰ ਗਿਆ। 15,000 ਤੇ ਪ੍ਰਕਰਮਾਂ 'ਚ ਬੰਦਾ ਖਲੋ ਹੀ ਨਹੀਂ ਸਕਦਾ। ਹਾਂਜੀ, ਇਹ ਕਿਉਂ ਝੂਠ ਲਿਖਿਆ? ਤਾਂ ਕਿ ਕੱਲ੍ਹ ਨੂੰ ਸਾਨੂੰ ਕੋਈ ਇਹ ਨਾ ਕਵੇ ਵੀ 800 ਬੰਦਾ ਉੱਥੇ ਜਿਹੜਾ ਮੱਥਾ ਟੇਕਣ ਆਇਆ ਸੀ, ਜਿਹੜਾ ਕੀਰਤਨ ਕਰ ਰਿਹਾ ਸੀ, ਬਾਣੀ ਪੜ੍ਹ ਰਿਹਾ ਸੀ, ਉਹ 800 ਬੰਦਾ ਤੁਸੀਂ ਕਿਉਂ ਮਾਰ ਦਿੱਤਾ ਸਾਡਾ? ਕੱਲ੍ਹ ਨੂੰ ਕੋਈ ਪੁੱਛੇਗਾ, ਅਸੀਂ ਕਹਾਂਗੇ ਸਾਡਾ ਤਾਂ 15,000 ਬੰਦਾ ਮਾਰ ਦਿੱਤਾ ਸੀ ਇਹਨਾਂ ਨੇ। ਵੇਖੋ, ਏਡਾ ਵੱਡਾ ਝੂਠ ਦੁਨੀਆ ਉੱਤੇ ਅਜੇ ਤੱਕ ਨਹੀਂ ਲਿਖਿਆ ਗਿਆ ਜਿੱਡਾ 84 'ਤੇ ਲਿਖਿਆ ਗਿਆ ਝੂਠ ਹੈ। ਇਹ ਮੈਂ ਕਹਿ ਰਿਹਾ ਸੀ, ਜਦੋਂ ਫਿਰ ਇਸ ਤਰ੍ਹਾਂ ਦੇ ਲੋਕਾਂ ਦੇ ਹੱਥ ਵਿੱਚ ਵਾਗਡੋਰ ਧਰਮ ਦੀ ਆ ਜਾਂਦੀ ਆ, ਫਿਰ ਉਹ ਇਸ ਤਰ੍ਹਾਂ ਹੀ ਝੂਠ ਬੋਲਦੇ ਨੇ। ਕਹਿਣ ਲੱਗੇ ਜਦ ਜਿਹੜੇ ਸਾਡੇ ਪੈਗੰਬਰ ਨੂੰ ਮੰਨਣਗੇ, ਕਿਆਮਤ ਦਾ ਦਿਨ ਆਵੇਗਾ, ਮੜੀਆਂ 'ਚੋਂ ਸਾਰੇ, ਕਬਰਾਂ 'ਚੋਂ ਸਾਰੇ ਠਾ ਲਏ ਜਾਣਗੇ ਅਤੇ ਉਹਨਾਂ ਨੂੰ ਬੈਕੁੰਠ ਆਪਣਾ, ਉਹਨਾਂ ਨੂੰ ਸਵਰਗਾਂ ਵਿੱਚ ਭੇਜਿਆ ਜਾਏਗਾ ਅਤੇ ਉਹਨਾਂ ਦੀ ਉੱਥੇ ਗਵਾਹੀ ਸਾਡਾ ਪੈਗੰਬਰ ਭਰੇਗਾ, ਕਿਉਂਕਿ ਉਹਨਾਂ ਨੇ ਉਸ ਉੱਤੇ ਈਮਾਨ ਲਿਆਂਦਾ ਹੈ। ਜਿਹੜਾ ਸਾਡੇ 'ਤੇ ਈਮਾਨ ਲਿਆਏਗਾ ਪੈਗੰਬਰ ਉੱਤੇ, ਉਹਦੀ ਗਵਾਹੀ ਭਰੂਗਾ ਖੁਦਾ ਦੀ ਹਜ਼ੂਰੀ 'ਚ। ਬਾਕੀ ਕਾਫਰਾਂ ਨੂੰ ਕੋਈ ਜਗ੍ਹਾ ਹੀ ਨਹੀਂ ਹੈ। ਪਰ ਗੁਰਮਤ ਇਹੋ ਜਿਹੀਆਂ ਬਕੁੰਠਾਂ ਨੂੰ, ਇਹੋ ਜਿਹੀਆਂ, ਅਤੇ ਕੁਝ ਸਨਾਤਨੀ ਲੋਕ ਨੇ ਉਹ ਕਹਿੰਦੇ ਨੇ ਜਿਹੜੇ ਵਿਸ਼ਵਾਸ ਲਿਆਉਣਗੇ ਭਗਵਾਨ ਉੱਤੇ, ਉਹਨਾਂ ਨੂੰ ਬੈਕੁੰਠ ਧਾਮ ਦੀ ਪ੍ਰਾਪਤੀ ਹੋਊਗੀ। ਪਰ ਭਗਤ ਨਾਮਦੇਵ ਜੀ ਕਹਿੰਦੇ ਨੇ, ਮੋਏ ਹੋਏ ਜੋ ਮੁਕਤ ਦਿਓਗੇ। ਜਿਹੜੇ ਧਰਮ ਨੇ, ਜਿਹੜੇ ਪੈਗੰਬਰ ਨੇ, ਜਿਹੜੇ ਗ੍ਰੰਥ ਨੇ ਤੁਹਾਨੂੰ ਮਰਨ ਤੋਂ ਬਾਅਦ ਮੁਕਤੀ ਦਾ ਲਾਲਚ ਦਿੱਤਾ ਹੈ, ਭਗਤ ਨਾਮਦੇਵ ਜੀ ਕਹਿੰਦੇ ਮੈਂ ਇਹੋ ਜਿਹੇ ਪੈਗੰਬਰਾਂ ਨੂੰ ਮੰਨਦਾ ਹੀ ਨਹੀਂ ਹੈ। ਮੈਂ ਇਹੋ ਜਿਹੇ ਧਰਮਾਂ ਨੂੰ ਮੰਨਦਾ ਹੀ ਨਹੀਂ ਗਾ ਜਿਹੜੇ ਮਰਨ ਤੋਂ ਬਾਅਦ ਵੀ ਤੁਹਾਨੂੰ ਕੋਈ ਮੁਕਤੀ ਦਾ ਲਾਲਚ ਦਿੰਦੇ ਹੋਣ। ਇਹ ਮਨੁੱਖੀ ਜ਼ਿੰਦਗੀ ਵਿੱਚ ਆ ਕੇ ਤਾਂ ਗੁਲਾਮੀ ਇਕੱਠੀ ਹੋਈ ਆ, ਦੁੱਖ ਭੋਗੇ ਹੋਏ ਨੇ, ਅਤੇ ਮਰਨ ਤੋਂ ਬਾਅਦ ਕਿਹੜੀ ਮੁਕਤੀ ਦੀ ਬਾਤ ਤੁਸੀਂ ਪਏ ਕਰਦੇ ਹੋ? ਮੁਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਈ ਲਾ। ਮੈਂ ਉਸ ਨੂੰ ਮੁਕਤੀ ਨੂੰ ਮੈਂ ਕੀ ਕਰਨਾ ਹੈ? ਹਾਂਜੀ, ਭਗਤ ਕਬੀਰ ਸਾਹਿਬ ਨੇ ਆਖਿਆ, ਸੂਧੋ ਮੁਕਤ ਦਿਓਗੇ ਕੈਸੇ, ਕਰ ਪ੍ਰਸਾਦ ਮੋਹਿ ਪਾਈ। ਮਰਨ ਤੋਂ ਬਾਅਦ
ਮੁਕਤੀ ਦਓਗੇ ਤੇ ਕੀ, ਮੈਂ ਤੇ ਹੁਣ ਜੀਂਦਿਆਂ ਜੀ ਮੁਕਤ ਹੋ ਗਿਆ, ਕਬੀਰ ਸਾਹਿਬ ਨੇ ਦਾਅਵਾ ਕੀਤਾ ਹੋਇਆ। ਮੈਂ ਪੁੱਛਦਾ ਹਾਂ ਤੁਹਾਨੂੰ ਕਿ ਮਰਨ ਵਾਲਿਓ, ਤੁਸੀਂ ਮਰਨ ਤੋਂ ਬਾਅਦ ਕਿੱਦਾਂ ਮੁਕਤੀ ਪ੍ਰਾਪਤ ਕਰੋਗੇ? ਜਿਹੜੀ ਜ਼ਿੰਦਗੀ ਵਿੱਚ ਜੀਂਦਿਆਂ ਚੀਜ਼ ਨਹੀਂ ਹੈ ਤੁਹਾਡੇ ਕੋਲ, ਉਹ ਮਰਨ ਤੋਂ ਬਾਅਦ ਕਿੱਥੋਂ ਆਊਗੀ? ਉਹੀ ਤੁਹਾਨੂੰ ਮਿਲੇਗੀ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਘਾਲੇ ਦੇ। ਜੋ ਕੁਛ ਤੁਸੀਂ ਜ਼ਿੰਦਗੀ 'ਚ ਪ੍ਰਾਪਤ ਕਰ ਲਿਆ ਹੈ, ਉਹ ਮਰਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦਾ ਹਿੱਸਾ ਵਾ। ਬੁਰਾਈਆਂ ਇਕੱਠੀਆਂ ਕਰ ਲਈਆਂ, ਬੁਰਾਈਆਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ। ਨਾਨਕ ਅੱਗੇ ਸੋ ਮਿਲੇ। ਕੀ ਮਿਲਦਾ ਹੈ ਅੱਗੇ? ਜੋ ਖੱਟੇ, ਜੋ ਖੱਟ ਲਿਆ ਜ਼ਿੰਦਗੀ 'ਚ। ਬੁਰਾਈਆਂ ਖੱਟ ਲਈਆਂ ਨੇ, ਚੰਗਿਆਈਆਂ ਖੱਟ ਲਈਆਂ ਨੇ, ਕੀ ਖੱਟਿਆ? ਜੇ ਖੱਟੇ ਘਾਲੇ ਦੇ, ਕੀ ਦਿੱਤਾ ਸੰਸਾਰ ਨੂੰ ਤੁਸੀਂ? ਕੁਝ ਦੇਣ ਦਿੱਤੀ ਸੰਸਾਰ ਨੂੰ? ਉਹਦੇ ਇਵਜ਼ ਵਜੋਂ ਤੁਹਾਨੂੰ ਕੀ ਮਿਲਣਾ ਹੈ? ਬੁਰੇ ਕੰਮ ਦਿੱਤੇ ਨੇ ਸੰਸਾਰ ਨੂੰ ਕਿ ਭਲੇ ਕੰਮ ਦਿੱਤੇ ਨੇ ਸੰਸਾਰ? ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਘਾਲੇ ਦੇ। ਹਾਸਾ ਦਿੱਤਾ ਤੇ ਹਾਸਾ ਮਿਲੂਗਾ। ਰੋਣਾ ਦਿੱਤਾ ਦੁਨੀਆ ਨੂੰ ਰਵਾਇਆ ਹੈ, ਰੋਣਾ ਮਿਲੇਗਾ। ਇਹ ਤਾਂ ਰੱਬੀ ਨਿਯਮ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਸੂਧੋ ਮੁਕਤ ਦਿਓਗੇ ਕੈਸੇ? ਮੈਂ ਤੁਹਾਨੂੰ ਪੁੱਛਦਾ ਹੈ, ਰੱਬਾ ਕਰ ਪ੍ਰਸਾਦ ਮੋਹਿ ਪਾਈ। ਇੱਕ ਤੇ ਮੁਕਤੀ ਮੈਂ ਤੁਹਾਡੇ ਚਰਨਾਂ 'ਚ ਰਹਿ ਕੇ ਪ੍ਰਾਪਤ ਕਰ ਲਈ ਆ। ਕਹਿ ਕਬੀਰ ਹਰ ਚਰਨ ਦਿਖਾਵੋ। ਐ ਰੱਬਾ ਮੈਨੂੰ ਇੱਕ ਵਾਰੀ ਆਪਣੇ ਚਰਨਾਂ ਨਾਲ ਜੋੜ ਲਾ। ਤੇ ਪਾਸ਼ੇ ਤੇ ਜਮ ਕਿਉ ਪਠਾਵੋ। ਮੁੜ ਕੇ ਭਾਵੇਂ ਨਰਕ ਨੂੰ ਭੇਜ ਦੇਈਂ, ਮੈਨੂੰ ਜੀਂਦਿਆਂ ਜੀ ਆਪਣੇ ਚਰਨਾਂ ਨਾਲ ਜੋੜ ਲੈ। ਤੇ ਭਗਤ ਬੜੇ ਸਿਆਣੇ ਨੇ, ਉਹਨਾਂ ਨੂੰ ਪਤਾ ਕਿ ਜਦੋਂ ਜੀਂਦਿਆਂ ਜੀ ਚਰਨਾਂ ਨਾਲ ਜੁੜ ਕੇ ਮਰ ਕੇ ਇਸ ਨਰਕਾਂ ਨੂੰ ਥੋੜ੍ਹਾ ਜਾਣਾ ਹੈ। ਕਹਿ ਕਬੀਰ ਹਰ ਚਰਨ ਦਿਖਾਵੋ, ਪਾਸੇ ਤੇ ਜਮ ਕਿਉਂ ਨਾ ਪਠਾਵੋ। ਮੁੜ ਕੇ ਜਮਾਂ ਦੇ ਦੇਸ਼ ਭੇਜਦੀ, ਜੀਂਦਿਆਂ ਜੀ ਸਾਨੂੰ ਤੂੰ ਜੋੜ ਲੈ। ਇਹ ਗੁਰਮਤ ਦੀ ਮੁਕਤੀ ਹੈ। ਮੰਨੇ ਪਾਵੇ ਮੋਖ ਦਵਾਰ। ਹੁਣ ਸਵਾਲ ਇਹ ਹੈ ਵੀ ਜੀਂਦਿਆਂ ਜੀ ਮੁਕਤ ਕਿਸ ਤੋਂ ਹੋਣਾ ਹੈ? ਕਿਸ ਚੀਜ਼ ਤੋਂ ਮੁਕਤ ਹੋਣਾ ਹੈ? ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਸਰਵਰ ਪੰਖੀ ਹੇਕੜੋ। ਹੇਕੜੋ ਮਾਣੇ ਇੱਕ, ਸਰਵਰ ਮਾਣੇ ਸੰਸਾਰ। ਇਹ ਸੰਸਾਰ ਉੱਪਰ ਸੰਸਾਰ ਰੂਪੀ ਸਰਵਰ ਦੇ ਉੱਤੇ ਸਰਵਰ ਪੰਖੀ ਹੇਕੜੋ, ਇੱਕ ਪੰਛੀ ਆ, ਕੋ ਸਰੋਵਰ ਦੇ ਕੰਢੇ 'ਤੇ ਬੈਠਾ ਹੋਇਆ ਵਾ। ਤੇ ਫਾਹੀ ਵਾਲ 50, ਉਹਨੂੰ ਫੜਨ ਵਾਲੇ, ਫਾਹੀਆਂ ਪਾਉਣ ਵਾਲੇ 50 ਬੈਠੇ ਹੋਏ ਨੇ। ਪੰਛੀ ਇੱਕ ਵਾ, ਫੜਨ ਵਾਲੇ ਉਹਨੂੰ 50 ਬੈਠੇ ਹੋਏ ਨੇ। ਤੇ ਇਹ ਤਨ ਲਹਿਰੀ ਗੱਡ ਥੇ ਆ, ਸੱਚੇ ਤੇਰੀ ਆਸ। ਹਾਂ ਤੇਰੀ ਆਸ ਆ, ਤੇਰਾ ਭਰੋਸਾ ਕਿ ਤੂੰ ਬਚਾ ਲਏਗਾ। ਬਾਕੀ ਇਸ ਜੀਵ ਰੂਪੀ ਪੰਛੀ ਦੇ ਬਚਨ ਦੀ ਕੋਈ ਆਸ ਨਹੀਂ ਹੈ। ਕਿਉਂਕਿ ਫੜਨ ਵਾਲੇ ਫਾਸਨ ਕੀ ਬਿਦ ਸਭ ਕੋਈ ਜਾਣੇ, ਛੂਟਣ ਕੀ ਇੱਕ ਕੋਈ। ਕਹਿ ਕਬੀਰ ਰਾਮ ਹਿਰਦੇ ਵਿਚਾਰੇ, ਫਾਸਣ ਤਨੇ ਨਾ ਹੋਈ। ਕਬੀਰ ਸਾਹਿਬ ਨੇ ਕਹਿ ਦਿੱਤਾ ਕਿ ਫਾਸਣ ਕੀ ਬਿਦ ਸਭ ਕੋਈ ਜਾਣੇ। ਫਸਾਉਣ ਦੀਆਂ ਵਿਧੀਆਂ ਤੇ ਫਸਣ ਦੀਆਂ ਵਿਧੀਆਂ ਸਾਰਿਆਂ ਦੇ ਕੋਲ ਨੇ। ਛੂਟਣ ਕੀ ਇੱਕ ਕੋਈ, ਛੁੱਟਣ ਵਾਲਾ ਕੋਈ ਧਰਤੀ ਉੱਤੇ ਵਿਰਲਾ ਹੀ ਆ। ਫਸਣ ਵਾਲੇ ਤੇ ਬੜੇ ਨੇ, ਫਸਾਉਣ ਵਾਲੇ ਵੀ ਬੜੇ ਨੇ। ਕਹਿ ਕਬੀਰ ਰਾਮ ਹਿਰਦੇ ਵਿਚਾਰੇ। ਜਿਹੜਾ ਹਿਰਦੇ ਵਿੱਚ ਰਾਮ ਨੂੰ ਲੈ ਗਿਆ, ਫਾਸਣ ਤਨੇ ਨਾ ਹੋਈ, ਉਹਨੂੰ ਕੋਈ ਫਾਈ ਨਹੀਂ ਹੈ। ਬਾਬਾ ਫਰੀਦ ਨੇ ਕਿਹਾ, ਫਾਈ ਵਾਲ 50 ਫਾਈਆਂ ਪਈਆਂ ਹੋਈਆਂ ਨੇ ਤੇ ਛੁੱਟਣ ਦੀ ਆਸ ਕੋਈ ਨਹੀਂ। ਹਾਂ ਤੇਰੇ ਤੇ ਆਸ ਵਾ। ਜਿੱਦਾਂ ਭਗਤ
ਤਰਲੋਚਨ ਜੀ ਕਿਹਾ ਹੈ, ਮਿਲ ਮਿਲ ਬੀਠਲਾ ਮੈਂ ਬਾਹੜੀ ਬੁਲਾਏ, ਮਿਲ ਮਿਲੇ ਰਮਈਆ ਮੈਂ ਲਹਿ ਛਡਾਏ, ਦੂੜਾ ਆਇਓ ਰੇ ਜਮੇ ਤਨਾ, ਮੌਤ ਦਾ ਫਰਿਸ਼ਤਾ ਜਮਦੂਤ ਬੜਾ ਭੱਜ ਕੇ ਆ ਰਿਹਾ ਮੇਰੇ ਵੱਲ, ਦੂੜਾ ਆਇਓ ਰੇ ਜਮੇ ਤਨਾ, ਤਨਾ ਕਹਿੰਦੇ ਨੇ ਸੇਵਕ ਨੂੰ, ਤਿਨ ਆਗਲੜੇ ਮੈਂ ਰਹਿਣ ਨਾ ਪਾਏ, ਤੇ ਉਹਦੇ ਅੱਗੇ ਮੇਰੇ ਕੋ ਬਚਿਆ ਨਹੀਂ ਜਾਣਾ। ਹਾਂ ਮਿਲ ਮੇਰੇ ਰਮਈਆ ਮੈਂ ਬਾਹੜੀ ਬੁਲਾਏ, ਕੋਈ ਕੋਈ ਸਾਜਣ ਆਏ ਕਹੇ, ਕੋਈ ਕੋਈ ਬੰਦਾ ਧਰਤੀ 'ਤੇ ਆਣ ਕੇ ਪੁਕਾਰ ਕਰਦਾ ਰੱਬ ਅੱਗੇ ਕਿ ਰੱਬਾ ਮੈਨੂੰ ਮੁਕਤੀ ਦੇ। ਫਾਸਣ ਕੀ ਬਿਧ ਤਾਂ ਸਾਰੇ ਜਾਣਦੇ ਨੇ। ਕੋਈ ਕੋਈ ਸਾਜਣ ਆਏ ਕਹੇ, ਕੀ ਕਹਿੰਦਾ ਆਣ ਕੇ ਕੋਈ ਕੋਈ ਧਰਤੀ 'ਤੇ, ਮਿਲ ਮਿਲ ਰਮਈਆ ਮੈਂ ਲਹਿ ਛੁਡਾਏ। ਧਰਮ ਦੀ ਦੁਨੀਆ ਅੰਦਰ ਵੀ ਕੋਈ ਵਿਰਲਾ ਹੀ ਇੱਥੇ ਆ ਕੇ ਮੁਕਤ ਹੋਣਾ ਚਾਹੁੰਦਾ ਹੈ। ਧਰਮ ਦੀ ਦੁਨੀਆ ਅੰਦਰ ਵੀ ਬਹੁਤੇ ਵਪਾਰੀ ਤੁਰੇ ਫਿਰਦੇ ਨੇ, ਮੁਕਤੀ ਵਾਲੇ ਕੋਈ ਵਿਰਲੇ ਹੀ ਨੇ। ਕੋਟ ਮਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਬਿਹਾਰੀ। ਕੋਈ ਕੋਈ ਕਿਸੇ ਦੇ ਅੰਦਰ ਜਗਿਆਸਾ ਜਾਗਦੀ ਹੈ, ਪਰਮੇਸ਼ਰ ਮੈਨੂੰ ਮੁਕਤ ਕਰ, ਮੈਨੂੰ ਮੁਕਤੀ ਦੇ। ਅਤੇ ਬਹੁਤੇ ਤੇ ਮਰਨ ਤੋਂ ਬਾਅਦ ਅਖੰਡ ਪਾਠ ਦੇ ਅਰਦਾਸ ਵਿੱਚ ਹੀ ਮੁਕਤੀ ਮੰਗਦੇ ਨੇ। ਇੱਦਾਂ ਵੀ ਕਦੀ ਮੁਕਤੀਆਂ ਹੁੰਦੀਆਂ ਨੇ। ਹਾਂ ਮੁਕਤੀ ਕਰਾਉਣੀ ਕਿਸ ਤੋਂ ਆ? ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਬੜਾ ਲੰਮਾ ਸ਼ਬਦ ਉਚਾਰਨ ਕੀਤਾ ਕਿ ਬੰਦਾ ਫਸਿਆ ਕਿੱਥੇ ਹੋਇਆ ਹੈ। ਮੈਂ ਉਦਣ ਵੀ ਐਤਵਾਰ ਕਿਹਾ ਸੀ ਨਾ ਕਿ ਲੋਕੀ ਤੁੱਕ ਬੜੀ ਪੜ੍ਹਦੇ ਨੇ, ਬੋਲਿਆ ਰੱਬ ਨੂੰ ਕੀ ਪਾਉਣਾ। ਰੱਬ ਨੂੰ ਪਾਉਣਾ ਔਖਾ ਕੰਮ ਨਹੀਂ ਹੈ। ਰੱਬ ਨੂੰ ਕੀ ਪਾਉਣਾ ਬੋਲਿਆ, ਐ ਤੇ ਪੁੱਟਣਾ ਐ ਤੇ ਲਾਣਾ। ਕਿ ਉਹਨਾਂ ਦਾ ਜਿਹੜਾ ਗੁਰੂ ਸੀ ਉਹ ਗੰਢਿਆਂ ਦਾ ਕਣ ਪੁੱਟਣ ਦਿਆ ਸੀ, ਅਤੇ ਬੋਲੇ ਨੇ ਕਿਹਾ ਰੱਬ ਕਿਵੇਂ ਮਿਲਦਾ। ਅਨਾਇਤ ਸ਼ਾਹ ਨੇ ਆਖਿਆ, ਬੋਲਿਆ ਜਿੱਦਾਂ ਇੱਥੋਂ ਮੈਂ ਕਣ ਪੁੱਟ ਕੇ ਇੱਥੇ ਲਾ ਤਾ, ਇੱਦਾਂ ਹੀ ਹੈ ਰੱਬ ਮਿਲਦਾ। ਪਰ ਮੈਂ ਇਸ ਨਾਲ ਸਹਿਮਤ ਨਹੀਂ ਹੈ। ਇਹ ਮਨ ਵਾ, ਇਹ ਗੰਢਿਆਂ ਦਾ ਕੰਨ ਨਹੀਂ ਹੈ, ਮਨ ਵਾ। ਇਹ ਗੰਢਿਆਂ ਦਾ ਕੰਨ ਨਹੀਂ ਹੈ, ਬੋੜ ਵਾ। ਕੰਨ ਪੁੱਟਿਆ ਜਾਂਦਾ ਹੈ, ਬੋੜ ਨਹੀਂ ਪੁੱਟੇ ਜਾਂਦੇ। ਇਹ ਕਈ ਜਨਮਾਂ ਦੀਆਂ ਜੜ੍ਹਾਂ ਇਹਦੀਆਂ ਠਾਹ ਨੂੰ ਲੱਗੀਆਂ ਹੋਈਆਂ ਨੇ। ਕਈ ਜਨਮਾਂ ਤੋਂ ਕਾਮੀ ਕ੍ਰੋਧੀ ਭੋਗੀ ਤੁਰਿਆ ਆਉਂਦਿਆਂ ਇਹਨੂੰ ਐਵੇਂ ਐ ਤੇ ਪੁੱਟਣਾ ਐ ਤੇ ਲਾਣਾ। ਪੁੱਟ ਕੇ ਦਿਖਾਓ, ਮੈਂ ਤਾਂ ਕਹਿੰਦਾ ਹੁੰਦਾ। ਕਈਆਂ ਨੂੰ ਸਾਰੀ ਉਮਰ ਹੋ ਗਈ ਪੁੱਟਦਿਆਂ ਨੂੰ, ਪੁੱਟਿਆ ਹੀ ਨਹੀਂ ਗਿਆ। ਕ੍ਰੋਧ ਤੋਂ ਛੁਟਕਾਰਾ ਹੀ ਨਹੀਂ ਹੋਇਆ। ਇੱਕ ਗੁਰੂ ਅਰਜਨ ਦੇਵ ਜੀ ਦਾ ਵਚਨ ਹੈ ਕਿ ਕਾਮ ਕ੍ਰੋਧ ਲੋਭ, ਨਾ ਮਾਫ ਕਰਨਾ, ਬਚਨ ਸੀ ਵੀ ਕਾਮ ਕ੍ਰੋਧ ਹੰਕਾਰ ਗਾਖਰੋ। ਇਹ ਗਾਖੜੀ ਕਹਿ ਲਓ, ਗਾਖਰੋ ਕਹਿ ਲਓ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖ ਸਾਰ। ਗਾਖੜੀ ਫਰੀਦਾ ਦਰਵੇਸ਼ੀ ਗਾਖੜੀ, ਮਾਂ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ। ਗਾਖੜੀ ਕਹਿ ਲਓ, ਗਾਖਰੋ ਕਹਿ ਲਓ। ਫਰੀਦਾ ਦਰਵੇਸ਼ੀ ਗਾਖੜੀ। ਸਾਧੂ ਪੁਣੇ 'ਚ ਰਹਿਣਾ ਸਭ ਤੋਂ ਔਖਾ ਕੰਮ ਹੈ। ਠੀਕ ਆ, ਹੁਣ 4 ਕੁ ਦਿਨ ਕੋਈ ਕਰ ਆ ਕੇ ਤੇ ਮੁੜ ਕੇ ਤੋਤਿਆਂ ਦੇ ਨਾਲ ਕੋਈ ਖੇਡਣ ਦਿਆ। ਰੱਬ ਨਾਲ ਪਿਆਰ ਪਿਆ ਨਹੀਂ, ਤੋਤਿਆਂ ਨੂੰ ਮੋਢਿਆਂ 'ਤੇ ਬਿਠਾ ਕੇ ਮਿੱਠੂ ਰਾਮ ਕਹਿਣ ਦਿਆ ਬਾਬਾ, ਉਹ ਢੱਕੀ ਵਾਲਾ। ਕਦੀ ਚਿੜੀਆਂ ਨਾਲ ਖੇਡਣ ਦਿਆ, ਕਦੀ ਸੱਪਾਂ ਨਾਲ ਖੇਡਣ ਲੱਗ ਪੈਂਦਾ। ਰੱਬ ਨਾਲ ਤਾਂ ਮੋਹ ਪਿਆ ਹੀ ਨਹੀਂ। ਰੱਬ ਨਾਲ ਮੋਹ ਪਿਆ ਹੁੰਦਾ ਤਾਂ ਸਿਆਪਿਆਂ ਦੀ ਲੋੜ ਨਹੀਂ ਸੀ ਪੈਣੀ। ਚਿੜੀਆ ਘਰ ਸਰਕਾਰ ਬਣਾਵੇ, ਉਹ ਰੱਖੇ ਜਾਨਵਰ ਚਿੜੀਆ ਘਰ 'ਚ। ਮੰਨਿਆ ਜਾਂਦਾ ਇੱਕ ਬਾਬਾ ਹੀ ਚਿੜੀਆ ਘਰ ਬਣਾਵੇ। ਇਸ ਦਾ ਮਤਲਬ ਹੈ ਰੱਬ ਨਾਲ ਪ੍ਰੀਤ ਨਹੀਂ ਪਈ,
ਚਾਲੇ ਥੇ ਹਰ ਮਿਲਣ ਕੋ, ਮਿਲਿਆ ਨਹੀਂ ਗਿਆ। ਇਉਂ ਕਹਿ ਲਓ। ਕਬੀਰ ਚਾਲੇ ਥੇ ਹਰ ਮਿਲਣ ਕੋ, ਬੀਚੇ ਅਟਕਿਓ ਚੀਤ। ਚਿੜੀਆਂ ਕਾਵਾਂ ਕਬੂਤਰਾਂ ਦੇ ਅਟਕ ਗਿਆ ਚਿੱਤ ਤਾਂ। ਨਹੀਂ ਨਹੀਂ, ਫਰੀਦਾ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ। ਅਤੇ ਅੱਜ ਦੇ ਲੋਕੀ ਵੀ ਕਹਿੰਦੇ ਅਸੀਂ ਸਾਧੂ ਵੀ ਹਾਂ, ਅਤੇ ਦੁਨੀਆ ਵਾਲੀਆਂ ਚਾਲਾਂ ਪੈ ਚੱਲਦੇ ਨੇ, ਦੌਲਤਾਂ ਬਣਾਉਂਦੇ ਨੇ, ਪੈਸਾ ਇਕੱਠਾ ਕਰਦੇ ਨੇ, ਲੋਕਾਂ ਨੂੰ ਮੁਗਰ ਲਾਉਂਦੇ ਨੇ। ਇਹ ਦੁਨੀਆ ਵਾਲੀਆਂ ਚਾਲਾਂ ਸਾਧੂ ਕਿਉਂ ਚੱਲ ਰਹੇ ਨੇ? ਡੇਰਿਆਂ 'ਤੇ ਕਬਜ਼ੇ ਕਰਕੇ ਬੰਦੂਕਾਂ ਰੱਖ ਕੇ ਬੈਠੇ ਪਏ ਨੇ, ਠਾ ਵੀ ਕਰ ਦਿੰਦੇ ਨੇ ਕਿਸੇ ਵੇਲੇ, ਸਾਧ ਨੇ। ਚੱਲਾਂ ਦੁਨੀਆ ਭੱਤ, ਇਹ ਦੁਨੀਆ ਵਾਲੀ ਚਾਲ ਚੱਲਣ ਦੇ ਤੁਸੀਂ ਸਾਧੂ ਹੋ ਗਏ? ਨਹੀਂ ਨਹੀਂ ਨਹੀਂ। ਬੰਨ ਉਠਾਈ ਪੋਟਲੀ, ਇਹ ਦਰਵੇਸ਼ੀ ਦੀ ਪੋਟਲੀ ਸਿਰ 'ਤੇ ਰੱਖੀ ਹੋਈ ਆ। ਬਾਬਾ ਫਰੀਦ ਦਾ ਆਪਣਾ ਜੀਵਨ ਹੈ। ਕਿੱਥੇ ਵੰਜਾਂ ਘਾਤੀ ਨੂੰ ਮੈਂ ਕਿੱਥੇ ਸੁੱਟਾਂ ਹੁਣ? ਮੈਂ ਦਰਵੇਸ਼ੀ ਦੀ ਪੋਟਲੀ ਸਿਰ ਉੱਤੇ ਰੱਖ ਬੈਠਾ। ਇਹ ਔਖੀ ਬੜੀ ਹੈ, ਇਹ ਪੋਟਲੀ ਚੁੱਕਣੀ ਬੜੀ ਔਖੀ ਹੈ, ਭਾਰੀ ਬੜੀ ਹੈ। ਦਰਵੇਸ਼ੀ ਦੀ ਪੰਡ ਜਿਹੜੀ ਹੈ ਇਹ ਭਾਰੀ ਬੜੀ ਹੈ। ਅਤੇ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਚੁੱਕ ਬੈਠਾ, ਹੁਣ ਭਾਰ ਬੜਾ ਲੱਗਣ ਦਿਆ, ਕੀ ਕਰੀਏ? ਬੰਨ ਉਠਾਈ ਪੋਟਲੀ, ਕਿੱਥੇ ਵੰਜਾਂਗਾ? ਅਤੇ ਜੇ ਦੂਸਰੇ ਪਾਸੇ ਅਸੀਂ ਦੁਨੀਆ ਨੂੰ ਵੇਖਦੇ ਹਾਂ, ਅਤੇ ਬਾਬਾ ਫਰੀਦ ਸਾਹਿਬ ਕਹਿੰਦੇ ਕਿਜ ਨਾ ਬੁੱਝੇ ਕਿਜ ਨਾ ਸੁੱਝੇ, ਦੁਨੀਆ ਗੁੱਝੀ ਪਾਏ। ਜੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ, ਜੇ ਦਰਵੇਸ਼ੀ ਗਾਖੜੀ ਆ, ਪੰਡ ਭਾਰੀ ਆ, ਚੱਲਣਾ ਮੁਸ਼ਕਿਲ ਆ, ਅਤੇ ਉੱਧਰ ਦੂਸਰੇ ਪਾਸੇ ਦੁਨੀਆਦਾਰਾਂ ਨੂੰ ਵੇਖ ਕੀ ਬਣਿਆ ਫਿਰਦਾ ਉਹਨਾਂ ਦਾ। ਕਿੰਜ ਨਾ ਬੁੱਝੇ ਕਿੰਜ ਨਾ ਸੁੱਝੇ, ਦੁਨੀਆ ਗੁੱਝੀ ਭਾਏ। ਦੁਨੀਆ ਉਸ ਅੱਗ ਵਿੱਚ ਸੜ ਰਹੀ ਆ ਜਿਹੜੀ ਅੱਗ ਦਿਸਦੀ ਨਹੀਂ ਹੈ। ਕਿੰਜ ਨਾ ਬੁੱਝੇ ਕਿੰਜ ਨਾ ਸੁੱਝੇ, ਕੋਈ ਪਤਾ ਨਹੀਂ ਲੱਗਣ ਦੇ ਅੱਗ ਲੱਗੀ ਹੋਈ ਹੈ। ਹਰੇਕ ਦਾ ਹੀ ਹਿਰਦਾ ਸੜਿਆ ਹੋਇਆ ਵਾ, ਹਰੇਕ ਹੀ ਸੜਿਆ ਹੋਇਆ। ਦੁਨੀਆ ਗੁੱਝੀ ਭਾਏ। ਫਰੀਦਾ, ਜੇ ਤੇਰੀ ਦਰਵੇਸ਼ੀ ਗਾਖੜੀ ਆ ਅਤੇ ਦੂਸਰੇ ਪਾਸੇ ਵੇਖ ਸੜੀ ਪਈ ਦੁਨੀਆ ਹੈ। ਸਾਈਂ ਮੇਰੇ ਚੰਗਾ ਕੀਤਾ, ਸਾਈਂ ਮੇਰੇ। ਕਹਿਣ ਲੱਗਾ ਮੈਂ ਤਾਂ ਸਾਈਂ ਨੂੰ ਉਲਾਮੇ ਦਿੰਦਾ ਸਾਂ, ਮੈਨੂੰ ਮੇਰੇ ਸਿਰ 'ਤੇ ਤੂੰ ਦਰਵੇਸ਼ੀ ਦੀ ਪੰਡ ਰੱਖ ਦਿੱਤੀ ਹੈ, ਅਤੇ ਬੜੀ ਮੁਸ਼ਕਿਲ ਬਣੀ ਹੋਈ ਪਈ ਆ। ਪਰ ਬਾਬਾ ਫਰੀਦ ਕਹਿੰਦੇ ਜਦੋਂ ਮੈਂ ਵੇਖਿਆ ਘਰ ਘਰ ਇਹ ਅੱਗ ਵਾ, ਜਦੋਂ ਦੁਨੀਆ ਦੀ ਦੁਰਦਸ਼ਾ ਨੂੰ ਦੇਖਿਆ, ਬਾਬਾ ਫਰੀਦ ਸਾਹਿਬ ਕਹਿੰਦੇ ਸਾਈਂ ਮੇਰੇ ਚੰਗਾ ਕੀਤਾ। ਚੰਗਾ ਹੋਇਆ ਸਾਈਆਂ ਤੂੰ ਮੈਨੂੰ ਇਸ ਬਿਖ ਮਰਾਹ ਉੱਤੇ ਤੋਰਿਆ ਹੋਇਆ ਹੈ, ਅਤੇ ਦਰਵੇਸ਼ੀ ਦੀ ਪੰਡ ਤੂੰ ਮੇਰੇ ਸਿਰ 'ਤੇ ਰੱਖੀ ਹੋਈ ਆ, ਜੋ ਬੜੀ ਮੁਸ਼ਕਿਲ ਹੈ। ਅਤੇ ਸਾਈਂ ਮੇਰੇ ਚੰਗਾ ਕੀਤਾ। ਹੋਇਆ ਕੀ? ਨਹੀਂ ਤਾਂ ਹੰਪੀ, ਨਹੀਂ ਤੇ ਮਵੀ ਦੰਜਾ ਆਏ। ਮਵੀ ਸੜ ਜਾਂਦਾ, ਜਿਸ ਤਰ੍ਹਾਂ ਦੁਨੀਆ ਸੜੀ ਪਈ ਹੈ ਨਾ। ਆ ਗੋਲੀਆਂ ਮਾਰੀ ਜਾਂਦੇ ਨੇ, ਮਾਂ ਪਿਓ ਹੀ ਮਾਰੀ ਜਾਂਦੇ ਨੇ। ਇਹ ਅੱਗ ਵਾ, ਫਿਰਦਾ ਤਪਿਆ ਹੋਇਆ ਵਾ। ਅਤੇ ਪਹਿਲੋਂ ਬਾਬੇ ਨੇ ਆਖਿਆ ਰੱਬਾ ਤੂੰ ਮੈਨੂੰ ਔਖੇ ਰਾਹ ਤੋਰਿਆ। ਫਿਰ ਬਾਬੇ ਨੇ ਆਪਣੇ ਆਪ ਨੂੰ, ਫਰੀਦ ਸਾਹਿਬ ਨੇ ਆਪਣੇ ਆਪ ਨੂੰ ਹੌਸਲਾ ਦਿੱਤਾ, ਨਾ ਫਰੀਦਾ ਇਹ ਠੀਕ ਆ, ਤੇਰਾ ਰਾਹ ਮੰਜ਼ਿਲ ਤੇਰੀ ਔਖੀ ਆ। ਹਾਂਜੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ। ਵਾਹ ਵਾਹ ਵਾਹ, ਮੇਰਾ ਰਾਹ ਬੜਾ ਮੁਸ਼ਕਿਲ ਹੈ। ਅਤੇ ਦੂਜੇ ਪਾਸੇ ਦੁਨੀਆ ਸੜੀ ਪਈ ਹੋਈ ਹੈ। ਸਾਈਂ ਮੇਰੇ ਚੰਗਾ ਹੀ ਕੀਤਾ। ਫਿਰ ਜੇ ਨਾ ਖੁਦਾਵੰਤ ਮੈਨੂੰ ਦਰਵੇਸ਼ੀ ਦੇ ਰਾਹ ਤੋਰਦਾ, ਅਤੇ ਹੰਪੀ ਦੰਜਾਂ ਆਏ, ਮੈਂ ਵੀ ਸੜ ਜਾਂਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਾਮ ਕ੍ਰੋਧ ਹੰਕਾਰ ਗਾਖਰੋ। ਗਾਖਰੋ, ਇੱਥੋਂ ਆਪਣੀ ਕਹਾਣੀ ਇੱਧਰ ਨੂੰ ਤੁਰ ਗਈ ਸੀ।
ਕ੍ਰੋਧ ਤੋਂ ਮੁਕਤੀ ਕੋਈ ਵਿਰਲਾ ਪਾ ਸਕਦਾ, ਕਿਉਂਕਿ ਇਹ ਗਾਖਰੋ ਨੇ। ਇਹਨਾਂ ਤੋਂ ਬਚਣਾ, ਹੰਕਾਰ ਤੋਂ ਬਚਣਾ, ਵਾਸ਼ਨਾ ਤੋਂ ਬਚਣਾ, ਕ੍ਰੋਧ ਤੋਂ ਬਚਣਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਬਹੁਤ ਔਖੀ ਗੱਲ ਹੈ। ਸੰਜਮ ਕੌਣ ਛੁਟਿਓ ਰੀ, ਇਹਨਾਂ ਤੋਂ ਛੁਟਕਾਰਾ ਕਿਵੇਂ ਹੋਵੇ। ਮੰਨੇ ਪਾਵੈ ਮੋਖ ਦਵਾਰ, ਕਿਸ ਤਰ੍ਹਾਂ ਛੁਟਕਾਰਾ ਹੋਵੇ। ਸੰਜਮ ਕੌਣ ਛੁਟਿਓ ਰੀ, ਕਿਸ ਤਰ੍ਹਾਂ ਛੁੱਟਿਆ ਜਾਵੇ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਜੰਗਲ ਨੂੰ ਅੱਗ ਲੱਗ ਗਈ ਆ, ਸਾਰਾ ਜੰਗਲ ਸੜ ਗਿਆ ਹੈ। ਕੋਈ ਹਰਿਆ ਬੂਟ ਰਿਓ ਰੀ, ਇੱਕ ਬੂਟਾ ਕਿਵੇਂ ਬਚਿਆ ਹੋਇਆ। ਬਸ ਉਹੀ ਬਚਿਆ ਜਿਹੜਾ ਬਾਬੇ ਫਰੀਦ ਵਾਂਗੂ ਦਰਵੇਸ਼ੀ ਦੇ ਰਾਹ ਤੁਰਿਆ ਹੋਇਆ ਵਾ। ਇਸ ਕਰਕੇ ਦੂਸਰੇ ਧਰਮਾਂ ਦਾ ਕੋਈ ਮੁਕਤੀ ਦੇ ਹੋਰ ਕੰਮ ਨੇ, ਹੋਰ ਨਿਯਮ ਨੇ, ਬਾਣੀ ਨੇ ਨਹੀਂ। ਬਾਣੀ ਨੇ ਆਖਿਆ ਕਈ ਬਕੁੰਠ ਨਹੀਂ ਲਵੇ ਲਾਗੇ, ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਵਿਵੇਕ ਬੁੱਧੀ ਦਿਨ ਰਹਿਣ ਸੁਖ ਵਿਹਾਣੀ। ਗੁਰਮਤਿ ਨੇ ਜਦ ਉਹ ਮੁਕਤੀ ਉਸ ਨੂੰ ਮੰਨਿਆ ਜਦੋਂ ਵਿਵੇਕ ਬੁੱਧੀ ਹੋ ਜਾਂਦੀ ਹੈ, ਚੰਗੇ ਮੰਦੇ ਦੀ ਪਰਖ ਹੋ ਜਾਂਦੀ ਹੈ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਉਸ ਅਵਸਥਾ ਨੂੰ ਗੁਰਮਤਿ ਨੇ ਮੁਕਤੀ ਮੰਨਿਆ ਹੈ। ਕਿਉਂਕਿ ਇਹ ਜਿਹੜੀਆਂ ਬਰਿਆਈਆਂ ਨੇ, ਕਾਮ ਕ੍ਰੋਧ ਹੰਕਾਰ ਗਾਖਰੋ, ਇਹ ਸਾਡੇ ਹਿਰਦੇ ਵਿੱਚ ਪੱਕੀਆਂ ਹੋ ਕੇ ਬੈਠੀਆਂ ਹੋਈਆਂ ਨੇ, ਤੇ ਅਸੀਂ ਇਸ ਨੂੰ ਹੁਣ ਕਿਵੇਂ ਉਜਾੜ ਸਕਦੇ ਹਾਂ, ਕਿਵੇਂ ਖਤਮ ਕਰ ਸਕਦੇ ਹਾਂ। ਸਾਡੇ ਕੋਲ ਕੋਈ ਤਰੀਕਾ ਹੀ ਨਹੀਂ ਗਾ। ਹਾਂ, ਗੁਰੂ ਅਰਜਨ ਦੇਵ ਨੇ ਇਸ ਸ਼ਬਦ ਦੇ ਅਖੀਰ ਵਿੱਚ ਕਿਹਾ ਸੀ ਕਿ ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਕਹਿਣ ਲੱਗੇ ਜਿੱਦਣ ਬੰਦੇ ਨੂੰ ਪ੍ਰੇਮਾ ਭਗਤੀ ਮਿਲ ਜਾਂਦੀ, ਜਿਸ ਦਿਨ ਇਹ ਹਿਰਦਾ ਪ੍ਰੇਮਾ ਭਗਤੀ ਨਾਲ ਭਿੱਜ ਜਾਂਦਾ ਹੈ, ਜਿਸ ਦਿਨ ਕਿਸੇ ਸਾਧੂ ਦਾ ਸੰਗ ਹੋ ਜਾਂਦਾ ਹੈ, ਤੇ ਉਹਦੇ ਕੋਲ ਬੈਠ ਕੇ ਜਦੋਂ ਹਿਰਦਾ ਪ੍ਰੇਮ ਨਾਲ ਭਿੱਜ ਜਾਂਦਾ, ਫਿਰ ਇਹ ਬਰਿਆਈਆਂ ਸ਼ਾਰ ਹੋ ਜਾਂਦੀਆਂ ਨੇ। ਬਰਿਆਈਆਂ ਸ਼ਾਰ ਸਾਰ ਸੰਗਤ ਕੇ ਝੱਲੀ ਰੇ, ਸੰਗਤ ਦਾ ਆਸਰਾ ਲੈ ਕੇ, ਸਾਧੂ ਦਾ ਆਸਰਾ ਲੈ ਕੇ, ਨਾਮ ਦਾ ਆਸਰਾ ਲੈ ਕੇ। ਗੁਰੂ ਅਰਜਨ ਸਾਹਿਬ ਨੇ ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਸੰਜਮ ਕੌਣ ਸੁਟਿਓ ਰੀ, ਕਿਹੜਾ ਸੰਜਮ, ਕੋਈ ਸੰਜਮ ਨਹੀਂ ਗਾ। ਸਾਧੂ ਦਾ ਸੰਗ ਹੀ ਇਸ ਨੂੰ ਛੁਡਾ ਸਕਦਾ ਹੈ, ਕੱਲਾ ਨਾਮ ਨਹੀਂ। ਸਾਧੂ ਦਾ ਸੰਗ ਹੀ ਇਹਨਾਂ ਬਰਿਆਈਆਂ ਨੂੰ ਛੁਡਾ ਸਕਦਾ ਹੈ। ਆਪਣੇ ਯਤਨ ਕਰ, ਯਤਨ ਨਾਲ ਆਪਾਂ ਨਹੀਂ ਸੁੱਟ ਸਕਦੇ। ਜੋਰ ਨਾ ਸੁਰ ਜੁਗਤੀ ਛੁੱਟੇ ਸੰਸਾਰ, ਜੁਗਤੀਆਂ ਦੇ ਨਾਲ ਮੰਨੇ ਪਾਵੇ ਮੋਖ ਦਵਾਰ। ਜਿਹੜੀ ਗੁਰਮਤਿ ਨੇ ਮੁਕਤੀ ਮੰਨੀ ਆ, ਮੋਹ ਤੋਂ ਮੁਕਤੀ, ਕ੍ਰੋਧ ਤੋਂ ਮੁਕਤੀ, ਵਾਸ਼ਨਾ ਤੋਂ ਮੁਕਤੀ, ਮਮਤਾ ਤੋਂ ਮੁਕਤੀ, ਹੰਕਾਰ ਤੋਂ ਮੁਕਤੀ, ਇਹ ਗੁਰਮਤਿ ਨੇ ਇਹ ਮੁਕਤੀ ਮੰਨੀ ਹੋਈ ਹੈ। ਲੋਕਾਂ ਨੇ ਹੋਰ ਮੁਕਤੀਆਂ ਮੰਨੀਆਂ ਹੋਈਆਂ ਨੇ, ਗੁਰਮਤਿ ਉਸ ਨਾਲ ਸਹਿਮਤ ਨਹੀਂ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਇਸ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਤੋਰ ਕੇ ਤੇ ਫਿਰ ਅਗਲੀ ਤੁਕ ਨੂੰ ਆਪਾਂ ਲਵਾਂਗੇ। ਹੋ ਸਕਦਾ ਇੱਕ ਅਜੇ ਹਿੱਸਾ ਅਸੀਂ ਹੋਰ ਇਸ ਵਿਸ਼ੇ ਉੱਤੇ ਗੱਲ ਕਰੀਏ ਕਿ ਮੰਨੇ ਪਾਵੈ ਮੋਖ ਦਵਾਰ। ਜਿਹੜਾ ਰੱਬ ਦੇ ਨਾਮ ਨੂੰ ਮੰਨ ਗਿਆ, ਜਿਸ ਦਾ ਮਨ, ਉਸ ਨੂੰ ਮੁਕਤੀ ਹੋਣੀ ਆ, ਦੂਸਰੇ ਨੂੰ ਨਹੀਂ। ਸਾਹਿਬ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਣ ਕਰਨ, ਸਾਨੂੰ ਵੀ ਆਪਣੇ
ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।